ਸਤਿ ਸ਼੍ਰੀ ਅਕਾਲ ਜੀ। ਨਿਊਜ਼ ਏਸ਼ੀਆ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਕੁਲਵੰਤ ਸਿੰਘ। ਮੈਂ ਤੇ ਡਾਕਟਰ ਵਰਿੰਦਰ ਸਿੰਘ ਭੁੱਲਰ ਅੱਜ ਇੱਕ ਨਵੀਂ ਚਰਚਾ ਦੇ ਨਾਲ ਤੁਹਾਡੇ ਰੂਬਰੂ ਹੋਏ ਹਾਂ ਤੇ ਅੱਜ ਦੀ ਚਰਚਾ ਦਾ ਵਿਸ਼ਾ ਇੱਕ ਅਜਿਹੇ ਪ੍ਰੋਡਕਟ ਦੇ ਨਾਲ ਰਿਲੇਟਡ ਹੈਗਾ, ਇੱਕ ਅਜਿਹੇ ਬੋਡੀ ਦੇ ਅੰਗ ਦੇ ਨਾਲ ਰਿਲੇਟਡ ਹੈਗਾ ਜਿਹੜਾ ਬੋਡੀ ਦਾ ਅੰਗ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਕਿਉਂਕਿ ਸਭ ਤੋਂ ਜ਼ਿਆਦਾ ਕੰਮ ਕਰਨਾ ਪੈਂਦਾ ਉਸਨੂੰ। ਉਸੇ ਅੰਗ ਦੇ ਉੱਤੇ ਜਿਹੜਾ ਜਦੋਂ ਅਸੀਂ ਐਲੋਪੈਥੀ ਦਵਾਈਆਂ ਦੇ ਨਾਲ ਉਸਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਫਿਰ ਉਹ ਕਿਸ ਰੂਪ ਦੇ ਵਿੱਚ ਬਦਲ ਕੇ ਸਾਡਾ ਨੁਕਸਾਨ ਕਰ ਦਿੰਦਾ ਹੈ, ਸਾਡੀ ਜਾਨ ਵੀ ਲੈ ਲੈਂਦਾ। ਉਹ ਕਿਸੇ ਤੋਂ ਛੁਪਿਆ ਨਹੀਂ। ਤੇ ਪਰ ਕੀ ਉਸ ਅੰਗ ਨੂੰ ਅਸੀਂ ਜੇਕਰ ਦੂਜੇ ਤਰੀਕੇ ਨਾਲ ਠੀਕ ਕਰਦੇ ਹਾਂ ਤਾਂ ਉਹ ਕਿੰਨੀ ਦੇਰ ਠੀਕ ਹੋ ਜਾਂਦਾ, ਕਿੱਦਾਂ ਰਿਜ਼ਲਟ ਮਿਲਦਾ ਤੇ ਕੀ ਅਸੀਂ ਖਰਾਬ ਹਿੱਸੇ ਨੂੰ ਵੀ ਉਸੇ ਜਿਹੜੇ ਪ੍ਰੋਡਕਟ ਦੇ ਨਾਲ ਠੀਕ ਕਰ ਸਕਦੇ ਹਾਂ। ਅੱਜ ਅਸੀਂ ਕੁੱਲ ਮਿਲਾ ਕੇ ਇਹ ਸਾਰੀ ਚਰਚਾ ਅੱਜ ਕਰਨ ਵਾਲੇ ਹਾਂ। ਡਾਕਟਰ ਸਾਹਿਬ ਤੁਹਾਡਾ ਨਿਊਜ਼ ਏਸ਼ੀਆ ਪੰਜਾਬੀ ਤੇ ਬਹੁਤ ਬਹੁਤ ਸਵਾਗਤ। ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਜਿਹੜੇ ਬੋਡੀ ਦੇ ਅੰਗ, ਸਰੀਰਕ ਅੰਗ ਦੀ ਮੈਂ ਜ਼ਿਕਰ ਕਰਨ ਜਾ ਰਿਹਾ ਹਾਂ ਉਹਦਾ ਕੁਛ ਰਿਸ਼ਤਾ ਜਿਹੜਾ ਉਹ ਸਨੀ ਦਿਓਲ ਦੇ ਨਾਲ ਵੀ ਹੈ। सनी देओल एक फिल्म ਦੇ ਵਿੱਚ ਕਹਿੰਦਾ ਸੀ कि ये 2.5 किलो का हाथ जिस पर पड़ जाता है वो उठता नहीं फिर उठ जाता है, लेकिन वो 2.5 किलो ਦਾ ਹੱਥ ਮੈਨੂੰ ਤਾਂ ਨਹੀਂ ਲੱਗਦਾ ਵੀ ਅੱਜ ਤੱਕ ਕਿਸੇ ਦਾ 2.5 ਕਿਲੋ ਦਾ ਹੱਥ ਹੋਏਗਾ। ਬੋਡੀ ਦਾ ਅੰਗ ਜ਼ਰੂਰ ਹੁੰਦਾ ਇੱਕ ਲੀਵਰ, ਉਹ 2.5 ਕਿਲੋ ਦਾ ਜ਼ਰੂਰ ਹੁੰਦਾ, ਸਭ ਤੋਂ ਵੱਡਾ ਆਰਗਨ ਹੁੰਦਾ। ਕੀ ਖਿਆਲ ਹੈ ਫਿਰ? ਬਿਲਕੁਲ ਸਹੀ ਕਿਹਾ ਤੁਸੀਂ। ਔਰ ਸਾਡੇ ਸਰੀਰ ਦਾ ਆਰਗਨ ਵੀ ਸਾਈਜ਼ 'ਚ ਵੀ ਵੱਡਾ ਹੈ ਔਰ ਵਜ਼ਨ 'ਚ ਵੀ ਵੱਡਾ ਹੈ। ਲੇਕਿਨ ਔਰ ਤੀਸਰੀ ਵੱਡੀ ਚੀਜ਼ ਕੀ ਹੈਗੀ ਕਿ ਸਾਡੇ ਸਰੀਰ ਦਾ ਸੈਕਿੰਡ ਬ੍ਰੇਨ ਹੈ। ਸੈਕਿੰਡ ਬ੍ਰੇਨ ਕਿਉਂ ਕਿਹਾ ਜਾਂਦਾ ਹੈ, ਦੂਸਰਾ ਦਿਮਾਗ ਕਿਉਂ ਕਿਹਾ ਜਾਂਦਾ ਹੈ ਕਿ ਅਸੀਂ ਆਪਣੇ ਸਵਾਦ ਦੀ ਖਾਤਰ ਬਿਨਾਂ ਜਿਹੜੇ ਕਰੋੜਾਂ ਸੈੱਲ ਨੇ ਸਾਡੀ ਬੋਡੀ ਦੇ ਅੰਦਰ, ਬਿਨਾਂ ਉਹਨਾਂ ਦਾ ਖਿਆਲ ਕੀਤੇ ਜੋ ਮਰਜ਼ੀ ਖਾ ਸਕਦੇ ਹਾਂ, ਬਟ ਇਹ ਬਿਨਾਂ ਉਹਨਾਂ ਦਾ ਖਿਆਲ ਕੀਤੇ ਜੋ ਮਰਜ਼ੀ ਅੱਗੇ ਭੇਜ ਨਹੀਂ ਸਕਦਾ। ਠੀਕ ਹੈ। ਜੇ ਇਹਦੇ ਅੰਦਰ ਪਾਉਣ ਵਾਲਾ ਇਸ ਸਰੀਰ ਦਾ ਚਾਲਕ, ਇਹਦਾ ਡਰਾਈਵਰ, ਅਗਰ ਉਹ ਸੋਝੀ ਨਹੀਂ ਰੱਖਦਾ ਕਿ ਮੈਂ ਜੋ ਪਾ ਰਿਹਾ ਇਹ ਮੇਰੇ ਸਰੀਰ ਦੇ ਕਿਸ ਕੰਮ ਆਏਗਾ ਜਾਂ ਨੁਕਸਾਨ ਕਰੇਗਾ, ਤਾਂ ਅਗਲੀ ਸੋਝੀ ਫਿਰ ਲੀਵਰ ਰੱਖਦਾ ਹੈ। ਠੀਕ ਹੈ। ਪ੍ਰਕਿਰਤੀ ਬਹੁਤ ਸਿਆਣੀ ਹੈ, ਕੁਦਰਤ ਬਹੁਤ ਸਿਆਣੀ ਹੈ। ਉਹਨੂੰ ਪਤਾ ਸੀ ਕਿ ਇਨਸਾਨ ਇਸ ਤਰ੍ਹਾਂ ਕਰੇਗਾ ਕਿਉਂਕਿ ਉਹਨੂੰ ਪਤਾ ਸੀ ਇਹਨੂੰ ਜ਼ੁਬਾਨ ਵੀ ਲਗਾ ਦਿੱਤੀ ਹੈ। ਇਹਦੇ ਅੰਦਰ ਟੇਸਟ ਬਰਡਸ ਨੇ, ਰਸ ਪੈਦਾ ਕਰਦੀ ਹੈ ਔਰ ਆਪਣੇ ਰਸਾਂ ਦੀ ਪਿਆਸ ਨੂੰ ਬੁਝਾਉਣ ਦੇ ਚੱਕਰ 'ਚ ਇਨਸਾਨ ਗਲਤੀਆਂ ਕਰੇਗਾ। ਤਾਂ ਉਹਨੇ ਅੰਦਰ ਲੀਵਰ ਨੂੰ ਸਮਝ ਦੇਤੀ ਵੀ ਜਦੋਂ ਇਹ ਆਪਣੀਆਂ ਅੱਖਾਂ ਨੂੰ ਬੰਦ ਕਰੇ, ਆਪਣੀ ਸੋਝੀ ਨੂੰ ਬੰਦ ਰੱਖੇ, ਤਾਂ ਉਦੋਂ ਤੂੰ ਆਪਣੀ ਸੋਝੀ ਅਤੇ ਅੱਖਾਂ ਨੂੰ ਯੂਜ਼ ਕਰਨਾ, ਅਤੇ ਉਹ ਕੰਮ ਲੀਵਰ ਕਰਦਾ। ਉਹ ਜੋ ਅਸੀਂ ਖਾਂਦੇ ਹਾਂ ਉਹਦੇ ਅੰਦਰ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਕਿਡਨੀ ਨੂੰ, ਜੋ ਹਾਰਟ ਨੂੰ ਦੇਣ ਦੇ ਯੋਗ ਨਹੀਂ ਹੁੰਦੀਆਂ, ਜਿਹੜੀਆਂ ਕਿ ਉਹਨਾਂ ਦੇ ਕਾਰਜ ਪ੍ਰਣਾਲੀ, ਉਹਨਾਂ ਦੇ ਕੰਮ ਕਰਨ ਦੀ ਖਮਤਾ ਨੂੰ ਨੁਕਸਾਨ ਪਹੁੰਚਾ ਸਕਦੀਆਂ ਨੇ, ਉਹਨਾਂ ਨੂੰ ਆਪਣੇ ਉੱਪਰ ਲੈ ਲੈਂਦਾ। ਠੀਕ ਆ। ਆਪਣੇ ਉੱਪਰ ਸਟੋਰ ਕਰ ਲੈਂਦਾ ਔਰ ਬਾਕੀ ਦੀ ਚੀਜ਼ ਅੱਗੇ ਦਿੰਦਾ ਹੈਗਾ। ਜਦੋਂ ਇਸ ਚੀਜ਼ ਨੂੰ ਉਹਨੂੰ ਵਾਰ-ਵਾਰ ਕਰਨੀ ਪੈਂਦੀ ਆ, ਮਤਲਬ ਸਰੀਰ ਦਾ ਚਾਲਕ ਜਿਹੜਾ ਆਪਣੀ ਸੋਝੀ ਨੂੰ ਡਿਵੈਲਪ ਹੀ ਨਹੀਂ ਕਰਦਾ, ਉਹ ਜੋ ਮਰਜ਼ੀ ਜਦੋਂ ਮਰਜ਼ੀ ਇਹਦੇ ਅੰਦਰ ਪਾਉਂਦਾ ਹੈ। ਪਲੱਸ ਵੱਡੀ ਚੀਜ਼ ਇੱਕ ਹੋਰ ਹੈ ਕਿ ਉਹ ਕਿਸ ਮੂਡ ਦੇ ਵਿੱਚ ਖਾ ਰਿਹਾ, ਉੱਥੇ ਵੀ ਲੀਵਰਸ ਆਪਣੇ ਬਹੁਤ ਸਾਰੇ ਜਿਹੜੇ ਜੂਸਸ ਬਣਾਉਂਦਾ ਹੈ, ਉਹਨਾਂ ਦੀ ਕੁਆਲਿਟੀ ਅਪ ਐਂਡ ਡਾਊਨ ਫਲਕਚੁਏਟ ਕਰਦਾ ਹੈ। ਅਤੇ ਉਹਨਾਂ ਦੀ ਉਹੀ ਕੁਆਲਿਟੀ ਹੈਗੀ ਡਿਸਾਈਡ ਕਰਦੀ ਹੈਗੀ ਕਿ ਤੁਹਾਡੇ ਗੋਲ ਦੇ ਅੰਦਰ ਜਿਹੜੇ ਜੂਸਸ ਜਾ ਰਹੇ ਨੇ ਉਹ ਕਿਸ ਤਰ੍ਹਾਂ ਦੇ ਨੇ। ਠੀਕ ਹੈ। ਉਹ ਫੂਡ ਨੂੰ ਕਿੰਨਾ ਕੁ ਡਾਈਜੈਸਟ ਕਰਨਗੇ। ਉਹੀ ਕੁਆਲਿਟੀ ਜਠਰ ਅਗਨੀ ਨੂੰ ਡਿਸਾਈਡ ਕਰਦੀ ਹੈ ਲੀਵਰ ਦੀ। ਤਾਂ ਲੀਵਰ ਦਾ ਬਹੁਤ ਵੱਡਾ ਰੋਲ ਹੈ। ਇਹ ਕਿਸੇ ਵੀ ਪੋਇਜ਼ਨ ਨੂੰ ਸਭ ਤੋਂ ਪਹਿਲਾਂ ਆਪਣੇ ਉੱਪਰ ਲੈਂਦਾ ਔਰ ਜਦੋਂ ਇਹਦੀ ਇੱਕ ਆਪਾਂ ਕਹਿੰਦੇ ਨੇ ਕਿ ਅੱਤ ਹੋ ਜਾਂਦੀ ਹੈ, ਇਹਦੀ ਕਪੈਸਿਟੀ ਖਤਮ ਹੋ ਜਾਂਦੀ ਹੈ, ਉਸ ਤੋਂ ਬਾਅਦ ਫਿਰ ਜਾ ਕੇ ਉਹ ਚੀਜ਼ਾਂ ਇੱਕ ਹਾਈਪਰ ਐਕਟੀਵਿਟੀ 'ਚ ਕਨਵਰਟ ਹੋ ਜਾਂਦੀਆਂ ਨੇ, ਜਿਹੜੇ ਕਿ ਖੂਨ ਨੂੰ ਗੰਧਲਾ ਕਰਨਾ, ਗੁਰਦਿਆਂ ਦੇ ਰੋਗ ਹੋ ਜਾਣਾ, ਹਾਰਟ ਦੇ ਰੋਗ ਹੋ ਜਾਣਾ, ਉਹ ਉਸ ਤੋਂ ਬਾਅਦ ਦਾ ਨੰਬਰ ਆਉਂਦਾ। ਸਭ ਤੋਂ ਪਹਿਲਾਂ ਲੀਵਰ ਹੀ ਬਿਮਾਰ ਹੁੰਦਾ ਹੈ, ਜਿਵੇਂ ਕਿ ਫੈਟੀ ਲੀਵਰ ਹੋ ਗਿਆ, ਫੈਟੀ ਲੀਵਰ ਗ੍ਰੇਡ 1, 2, 3 ਹੋ ਗਿਆ, ਫਿਰ ਸੋਰਾਇਸਿਸ ਹੋ ਗਿਆ, ਕਾਲਾ ਪੀਲੀਆ ਹੋ ਗਿਆ। ਇਹ ਸਾਰੀਆਂ ਚੀਜ਼ਾਂ ਫਿਰ ਉਹ ਨਾਲ ਲੀਵਰ ਲੜਦਾ ਹੈ। ਵੈਸੇ ਤਾਂ ਜੋ ਨੇਚਰ ਨੇ ਇਹਦੇ ਉੱਤੇ ਰੂਲ ਦਿੱਤਾ ਹੈ ਕਿ ਲੀਵਰ ਨੂੰ ਕਦੀ ਜਲਦੀ ਕੈਂਸਰ ਨਹੀਂ ਹੋ ਸਕਦਾ। ਲੀਵਰ ਕਿਉਂਕਿ ਇਹ ਆਪਣੇ ਆਪ ਨੂੰ ਖੁਦ ਰਿਪੇਅਰ ਕਰਦਾ ਹੈ, ਇਹ ਕਿਸੇ 'ਤੇ ਡਿਪੈਂਡ ਨਹੀਂ ਹੈ। ਬਟ ਰਿਪੇਅਰ ਕਰਨ ਲਈ ਮੈਨੂੰ ਰॉ ਮਟੀਰੀਅਲ ਚਾਹੀਦਾ। ਜੇ ਚਾਲਕ ਉਹਦਾ ਉਹਨੂੰ ਰॉ ਮਟੀਰੀਅਲ ਵੀ ਨਹੀਂ ਦਿੰਦਾ, ਫਿਰ ਆਪਣੇ ਨੂੰ ਰਿਪੇਅਰ ਨਹੀਂ ਕਰ ਸਕਦਾ। ਤਾਂ ਉੱਥੇ ਜਾ ਕੇ ਲੀਵਰ ਨੂੰ ਆਪਣੀ ਜੰਗ ਕਈ ਵਾਰੀ ਹਾਰਨੀ ਪੈ ਜਾਂਦੀ ਹੈ।
ਜਿਹਨੂੰ ਲੀਵਰ ਸੋਰਾਇਸਿਸ ਕਹਿ ਦਿੰਦੇ ਆ। ਡਾਕਟਰ ਸਾਹਿਬ ਇਹਦੇ ਵਿੱਚ ਪਲੇਟਲੈਟ ਦਾ ਕਿੰਨਾ ਕੁ ਰੋਲ ਹੁੰਦਾ ਲੀਵਰ ਦੇ ਨਾਲ? ਜਿਹੜਾ ਪਲੇਟਲੈਟ ਦਾ ਜਿਹੜਾ ਉਹ ਕਿੰਨਾ ਕੁ ਰੋਲ ਹੈ? ਕਿਉਂਕਿ ਪਲੇਟਲੈਟ ਜਦੋਂ ਘਟਦੇ ਨੇ ਤਾਂ ਉਦੋਂ ਲੀਵਰ ਨੂੰ ਇਹਦਾ ਨੁਕਸ ਉਹਦੇ ਦੋਸ਼ ਦੇ ਦਿੱਤਾ ਜਾਂਦਾ ਵੀ ਇਹਦੇ ਕਰਕੇ ਪਲੇਟਲੈਟ ਘਟ ਗਏ, ਜਾਂ ਪਲੇਟਲੈਟ ਘੱਟ ਹੋਣ ਤਾਂ ਫਿਰ ਉਹ ਲੀਵਰ ਦੇ ਉੱਤੇ ਕਾਫੀ ਇਫੈਕਟ ਮੰਨਿਆ ਜਾਂਦਾ ਹੈਗਾ। ਕਿੰਨਾ ਕੁ ਰੋਲ ਹੁੰਦਾ? ਐਕਚੁਅਲ 'ਚ ਹੁੰਦਾ ਕੀ ਹੈ ਕਿ ਮੋਸਟਲੀ ਤੁਸੀਂ ਦੇਖਿਆ ਹੋਊਗਾ ਜੋ ਪਲੇਟਲੈਟਸ ਘਟਦੇ ਨੇ ਨਾਲ ਫੀਵਰ ਵੀ ਰਹਿੰਦਾ ਜੀ, ਠੀਕ ਹੈ। ਉਹ ਫਲਕਚੁਏਸ਼ਨ ਹੈ ਸਪਲੀਨ ਦਾ ਕੰਮ ਵੀ ਡਿਸਟਰਬ ਹੁੰਦਾ ਤਿੱਲੀ ਦਾ, ਠੀਕ ਹੈ। ਔਰ ਲੀਵਰ ਨੇ ਹੀ ਫੀਵਰ ਨਾਲ ਲੜਾਈ ਕਰਨੀ ਹੁੰਦੀ ਹੈ। ਲੀਵਰ ਤੇ ਫੀਵਰ ਆਪਸ ਵਿੱਚ ਜੁੜੇ ਹੋਏ ਨੇ। ਜਦੋਂ ਫੀਵਰ ਆਉਂਦਾ ਹੈ ਉਦੋਂ ਲੀਵਰ ਹੀ ਉਸ ਫੀਵਰ ਨੂੰ ਮੈਨੇਜ ਕਰਦਾ ਹੈ। ਔਰ ਇਹੀ ਰੀਜ਼ਨ ਹੈ, ਤੁਸੀਂ ਦੇਖਿਆ ਹੋਊਗਾ ਕਿ ਜਦੋਂ ਫੀਵਰ ਹੁੰਦਾ ਸਾਨੂੰ ਉਦੋਂ ਭੁੱਖ ਨਹੀਂ ਲੱਗਦੀ, ਗਰਮੀ ਪੈਦਾ ਹੋ ਜਾਂਦੀ ਹੈ। ਔਰ ਉਹ ਬੋਡੀ ਦੀ ਸੇਫਟੀ ਲਈ ਹੀ ਹੁੰਦਾ ਹੈ। ਔਰ ਅਗਰ ਉਸ ਟਾਈਮ ਤੇ ਕੋਈ ਇਨਸਾਨ ਖਾ ਵੀ ਲਵੇ ਤਾਂ ਜ਼ਹਿਰ ਬਣ ਜਾਏਗਾ, ਕਿਉਂਕਿ ਲੀਵਰ ਇੱਕ ਟਾਈਮ ਤੇ ਇੱਕ ਕੰਮ ਕਰਦਾ ਹੈ। ਉਸ ਟਾਈਮ ਤੇ ਉਹ ਫੀਵਰ ਨਾਲ ਲੜ ਰਿਹਾ ਹੁੰਦਾ ਹੈ, ਔਰ ਜਿਸ ਟਾਈਮ ਤੇ ਫੀਵਰ ਨਾਲ ਲੜ ਰਿਹਾ ਉਸ ਟਾਈਮ ਤੇ ਭੁੱਖ ਨਹੀਂ ਲਗਾ ਸਕਦਾ, ਪੈਦਾ ਨਹੀਂ ਕਰਕੇ ਦੇ ਸਕਦਾ। ਜੇ ਭੁੱਖ ਤੁਹਾਨੂੰ ਪੈਦਾ ਕਰਕੇ ਦੇਗਾ, ਤੁਸੀਂ ਖਾਓਗੇ ਤਾਂ ਉਹ ਉਸ ਤੋਂ ਬਾਅਦ ਕਨਫਿਊਜ਼ ਹੋਏਗਾ ਕਿ ਮੈਂ ਫੀਵਰ ਨਾਲ ਲੜਾ ਜਾਂ ਮੈਂ ਇਹਦੇ ਖਾਦੇ ਖਾਣੇ ਨੂੰ ਡਾਈਜੈਸਟ ਕਰਨ ਲਈ ਜੂਸਸ ਤਿਆਰ ਕਰਾਂ, ਠੀਕ ਹੈ। ਤਾਂ ਉਹ ਡਬਲ ਮਾਈਂਡਡ ਨਾ ਹੋਵੇ, ਉਹਨੂੰ ਡਬਲ ਕੰਮ ਨਾ ਕਰਨਾ ਪਵੇ, ਇਸ ਕਰਕੇ ਉਹ ਭੁੱਖ ਨਹੀਂ ਦਿੰਦਾ ਬੋਡੀ ਨੂੰ, ਤਾਂ ਉਹ ਉਦੋਂ ਲੜ ਰਿਹਾ ਹੁੰਦਾ। ਲੇਕਿਨ ਮੋਸਟਲੀ ਹਾਲਾਤਾਂ 'ਚ ਆਪਾਂ ਦੇਖਿਆ ਕਿ ਜਦੋਂ ਬੁਖਾਰ ਆਉਂਦਾ ਤਾਂ ਬੜੀ ਜਲਦੀ ਅਸੀਂ ਦੌੜ ਕੇ ਕੁਛ ਇਸ ਤਰ੍ਹਾਂ ਦੀਆਂ ਮੈਡੀਸਨ ਲੈ ਲੈਂਦੇ ਹਾਂ ਕੈਮੀਕਲੀ ਬੇਸ, ਕਿ ਅਗਰ 99 ਤੋਂ 100 ਵੀ ਹੁੰਦਾ ਸੀ ਤਾਂ ਵੀ ਟੈਬਲੇਟ ਲੈ ਲਈ, 102 ਵੀ ਹੁੰਦਾ, 3 ਵੀ ਹੁੰਦਾ, 103 ਤੋਂ ਬਾਅਦ ਅਗਰ ਵੱਧ ਜਾਵੇ ਫੀਵਰ ਤਾਂ ਉਸ ਤੋਂ ਬਾਅਦ ਲੈਣੀ ਚਾਹੀਦੀ ਹੁੰਦੀ ਹੈ ਟੈਬਲੇਟ। ਉਸ ਤੋਂ ਨੀਚੇ ਜਿਹੜੀ ਟੈਬਲੇਟ ਹੈਗੀ ਉਹ ਅਸੀਂ ਠੰਡੀਆਂ ਪੱਟੀਆਂ ਦੇ ਨਾਲ ਜਿਹੜੀਆਂ ਨੈਚੁਰਲ ਰੈਮਡੀਜ਼ ਨੇ, ਜਿਵੇਂ ਗਲੋਏ ਦਾ ਰਸ ਹੋ ਗਿਆ, ਤੁਲਸੀ ਦਾ ਅਰਕ ਹੋ ਗਿਆ, ਠੀਕ ਹੈ। ਅਗਰ ਬਹੁਤ ਜ਼ਿਆਦਾ ਨਾਲ ਅਗਰ ਲੂਜ਼ ਮੋਸ਼ਨ ਲੱਗੇ ਹੋਏ ਨੇ, ਮੂੰਹ ਸੁੱਕਦਾ ਪਿਆ ਜ਼ਿਆਦਾ, ਤਾਂ ਪਿੰਕ ਰੌਕ ਸਾਲਟ ਦਾ ਘੋਲ ਗਰਮ ਪਾਣੀ 'ਚ ਬੋਇਲ ਕਰਕੇ ਉਹ ਵੀ ਘੰਟੇ ਬਾਅਦ 2-2 ਚਮਚ ਇੱਕ ORS ਦੀ ਤਰ੍ਹਾਂ ਲੈ ਸਕਦੇ ਹਾਂ, ਤਾਂ ਜੋ ਬੋਡੀ ਦੇ ਅੰਦਰ ਡੀਹਾਈਡਰੇਸ਼ਨ ਨਾ ਹੋਵੇ, ਪਾਣੀ ਦੀ ਕਮੀ ਨਾ ਹੋਵੇ, ਔਰ ਫੀਵਰ ਦੇ ਵਿੱਚ ਸਾਡੇ ਅੰਦਰ ਕੋਈ ਕਮੀ ਨਾ ਆ ਜਾਵੇ, ਠੀਕ ਹੈ। ਤਾਂ ਉਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨ ਲਈ ਆਪਾਂ ਇੱਕ ਚੀਜ਼ਾਂ ਕਰ ਸਕਦੇ ਹਾਂ। ਠੰਡੀਆਂ ਪੱਟੀਆਂ ਦੇ ਨਾਲ ਇਹ ਬਹੁਤ ਅੱਛੇ ਤਰੀਕੇ ਨਾਲ ਮੈਨੇਜ ਹੁੰਦਾ ਹੈ। ਔਰ ਇਸ ਟਾਈਮ ਤੇ ਕੀ ਹੁੰਦਾ ਕਿ ਨਰਵਸ ਸਿਸਟਮ ਹੀਟ ਕਰ ਜਾਂਦਾ ਹੈ। ਹਾਈਪੋਥੈਲੇਮਸ ਜਿਹੜਾ ਗਲੈਂਡ ਹੈਗਾ, ਨਰਵਸ ਸਿਸਟਮ ਦਾ ਗਲੈਂਡ ਹੈਗਾ, ਤਾਂ ਉਹ ਇਸ ਹੀਟ ਨੂੰ ਮੈਨੇਜ ਕਰਦਾ ਹੈ। ਔਰ ਮੈਨੇਜ ਕਰਨ ਵਾਸਤੇ ਤਾਂ ਹੀ ਫੀਵਰ ਦੇ ਵਿੱਚ ਸਾਡਾ ਬੋਡੀ ਤਪਦੀ ਹੈ, ਪਰ ਉਹ ਅੰਦਰਲੀ ਜਿਹੜੀ ਤਪਸ ਹੈ, ਅੰਦਰਲੀ ਹੀਟ ਨੂੰ ਉਹ ਬਾਹਰ ਕੱਢਦੀ ਹੈ, ਠੀਕ ਹੈ। ਤਾਂ ਉਸ ਟਾਈਮ ਤੇ ਸਪਾਈਨਲ ਕੋਰਡ ਦੇ ਵਿੱਚ ਕਾਫੀ ਸਟਿਫਨੈਸ ਹੁੰਦੀ ਹੈ। ਤੁਸੀਂ ਦੇਖੋਗੇ ਬੁਖਾਰ ਦੇ ਵਿੱਚ ਸਾਨੂੰ ਸਾਡੀ ਕਮਰ ਬਹੁਤ ਦਰਦ ਕਰਦੀ ਹੈ, ਸਾਨੂੰ ਪਿੱਠ ਦਾ ਦਰਦ ਵੱਧ ਜਾਂਦਾ। ਉਹ ਇਸੇ ਕਰਕੇ ਹੁੰਦਾ ਕਿ ਜਿਹੜਾ ਨਰਵਸ ਸਿਸਟਮ ਹੈ ਉਹ ਸਪਾਈਨਲ ਕੋਰਡ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੈ। ਤਾਂ ਉਹ ਪੂਰੇ ਦਾ ਪੂਰਾ ਇੱਕ ਲੋਡ ਔਰ ਓਵਰ ਹੀਟਿੰਗ ਉੱਤੇ ਹੋ ਰਹੀ ਹੁੰਦੀ ਹੈ। ਹਰੇਕ ਮਣਕੇ ਦੇ ਵਿੱਚੋਂ ਜਿਹੜੀ ਇੱਕ ਨਰਵ ਬਾਹਰ ਨਿਕਲ ਕੇ ਜਾ ਰਹੀ ਹੈ, ਇੱਕ ਨਰਵ ਬਾਹਰ ਨਿਕਲਦੀ ਹੈ। ਔਰ ਜਦੋਂ ਫੀਵਰ ਹੁੰਦਾ ਹੈ ਉਸ ਟਾਈਮ ਤੇ ਅਸੀਂ ਜਿਹੜੀਆਂ ਸਾਡੇ ਕੋਲ ਇਲੈਕਟ੍ਰੋ ਰੈਮਡੀਜ਼ ਨੇ, ਉਹ 'ਚ ਬਹੁਤ ਸਾਰੀਆਂ ਰੈਮਡੀਜ਼ ਅਸੀਂ ਫਿਰ ਅਪਲਾਈ ਕਰਨ ਲਈ ਵੀ ਦਿੰਦੇ ਹਾਂ, ਜਿਨ੍ਹਾਂ ਨੂੰ ਸਪਾਈਨਲ ਕੋਰਡ 'ਤੇ ਅਪਲਾਈ ਪੇਸ਼ੈਂਟ ਕਰਦਾ ਹੈ, ਔਰ ਉਹਦਾ ਜਿਹੜਾ ਫੀਵਰ ਜਿਹੜਾ ਨੀਚੇ ਨਹੀਂ ਆ ਰਿਹਾ ਉਹ ਬੜੀ ਜਲਦੀ ਹੀ ਮੈਨੇਜ ਹੋਣ ਲੱਗ ਪੈਂਦਾ ਹੈ। ਡਾਕਟਰ ਸਾਹਿਬ ਜਦੋਂ ਪਲੇਟਲੈਟ ਘਟਦੇ ਨੇ ਤਾਂ ਉਦੋਂ ਆਪਾਂ ਜਿਹੜਾ ਜਾਂ ਤਾਂ ਕਿਸੇ ਦੀ ਬੋਡੀ ਦੇ ਅੰਦਰ ਦੇ ਜਿਹੜੇ ਪਲੇਟਲੈਟ ਹੋਣਗੇ, ਖੂਨ ਦੇ ਵਿਚਲੇ ਪਲੇਟਲੈਟ ਹੁੰਦੇ, ਉਹ ਆਪਾਂ ਲੈ ਕੇ ਬੋਡੀ ਨੂੰ ਰਿਵਾਈਵ ਕਰਦੇ ਹਾਂ, ਅਤੇ ਜਾਂ ਫਿਰ ਆਪਾਂ ਕੋਈ ਇੰਜੈਕਸ਼ਨ ਲੱਗਦੇ ਨੇ ਪਲੇਟਲੈਟ ਨੂੰ ਰਿਵਾਈਵ ਕਰਨ ਦੇ। ਕੁਛ ਹੋਰ ਵੀ ਇਹਦੇ ਤਰੀਕੇ ਹੈਗੇ ਨੇ ਜਿਹੜੇ ਪਲੇਟਲੈਟ ਨੂੰ ਜਿਹੜੇ ਵਧਾਇਆ ਜਾ ਸਕਦਾ ਹੈ? ਕਿਉਂਕਿ ਜਿਵੇਂ ਕੀਵੀ ਹੋਰ ਬੜੇ ਫਰੂਟ ਅਤੇ ਬੱਕਰੀ ਦਾ ਦੁੱਧ ਵੀ ਬੜਾ ਕੁਛ ਕਿਹਾ ਜਾਂਦਾ ਜੀ। ਫਰੂਟਸ ਦੇ ਰੂਪ 'ਚ ਜਾਂ ਬੱਕਰੀ ਦੁੱਧ 'ਚ ਚੀਜ਼ਾਂ ਲਈਆਂ ਜਾਂਦੀਆਂ ਨੇ, ਬਟ ਇਹਦੇ ਵਿੱਚ ਬੜੀ ਅੱਛੀ ਹਰਬ ਹੈ। ਆਪਾਂ ਹੁਣੇ ਜ਼ਿਕਰ ਵੀ ਕੀਤਾ ਗਲੋਏ ਰਸ, ਬਹੁਤ ਅੱਛਾ ਇੰਸਟੈਂਟਲੀ ਉਹਦਾ ਰਿਜ਼ਲਟ ਹੈ। ਪਪੀਤੇ ਦੇ ਪੱਤੇ ਦਾ ਰਸ ਉਹ ਬਹੁਤ ਅੱਛਾ ਰੋਲ ਨਿਭਾਉਂਦਾ ਹੈਗਾ। ਔਰ ਇਸ ਤੋਂ ਇਲਾਵਾ ਨਾਲ ਤੁਲਸੀ ਦਾ ਅਰਕ ਤੁਸੀਂ ਐਡ ਕਰੋ, ਠੀਕ ਹੈ। ਔਰ ਬਹੁਤ ਸਾਰੀਆਂ ਅਗਰ ਫਿਰ ਵੀ ਚੀਜ਼ ਕੰਟਰੋਲ ਨਹੀਂ ਹੁੰਦੀ ਤਾਂ ਰੈਮਡੀਜ਼ ਦੇ ਥਰੂ ਆਪਾਂ ਇਸ ਚੀਜ਼ਾਂ ਨੂੰ ਮੈਨੇਜ ਕਰ ਸਕਦੇ ਹੁੰਦੇ ਹਾਂ। ਮੇਰੇ ਕੋਲ ਇੱਕ ਪ੍ਰੋਡਕਟ ਪਿਆ ਫਲੂ ਕੇਅਰ, ਯਾਨੀ ਕਿ ਜਦੋਂ ਫਲੂ ਹੁੰਦਾ ਤਾਂ ਉਹਦੇ ਵਿੱਚ ਇਹ ਉਹਦਾ ਧਿਆਨ ਰੱਖਦਾ, ਫਲੂ ਕੇਅਰ, ਫਲੂ ਦਾ ਧਿਆਨ ਰੱਖਣ ਦਾ।
ਥੋੜਾ ਜਿਹੀ ਇਹਦੇ ਬਾਰੇ ਵੀ ਜਾਣਕਾਰੀ ਦੇ ਦਿਓ ਵੀ ਇਹ ਕਿਸ ਤਰੀਕੇ ਦੇ ਨਾਲ ਪਲੇਟਲੈਟ, ਜਾਂ ਜਦੋਂ ਫਲੂ ਹੁੰਦਾ ਹੈ, ਬੁਖਾਰ ਹੁੰਦਾ ਹੈ, ਜਦੋਂ ਮੌਸਮੀ ਬੁਖਾਰ ਹੁੰਦਾ ਤਾਂ ਉਹਦੇ ਵਿੱਚ ਇਹ ਕਿਸ ਤਰ੍ਹਾਂ ਕੰਮ ਆਉਂਦਾ? ਇਹ ਕੁਲਵੰਤ ਜੀ ਆਪਣੀ ਸੰਸਥਾ ਨੇ ਇਲੈਕਟ੍ਰੋ ਰੈਮਡੀਜ਼ ਦੇ ਵਿੱਚ ਇਸ ਪ੍ਰੋਡਕਟ ਨੂੰ ਅਸੀਂ ਤਿਆਰ ਕੀਤਾ ਹੈ, ਔਰ ਇਹਨੂੰ ਜਨਰਲੀ ਇੱਕ ਟੌਨਿਕ ਦੇ ਰੂਪ 'ਚ ਤਿਆਰ ਕੀਤਾ ਹੈ। ਔਰ ਸੰਸਥਾ ਚਾਹੁੰਦੀ ਹੈ ਕਿ ਜਦੋਂ ਵੀ ਦੇਖੋ ਮੋਸਟਲੀ ਸੀਜ਼ਨ ਜਦੋਂ ਚੇਂਜ ਹੁੰਦਾ ਨਾ, ਲੋ ਇਮਿਊਨਿਟੀ ਜਿਹੜੀ ਬਾਡੀਜ਼ ਨੇ ਉਹ ਜ਼ਿਆਦਾ ਉਸ ਟਾਈਮ 'ਤੇ ਅਨਕੰਫਰਟੇਬਲ ਹੁੰਦੀਆਂ ਨੇ। ਬੁਖਾਰ ਹੋ ਜਾਣਾ, ਖੰਘ ਜ਼ੁਕਾਮ ਨਜ਼ਲਾ ਔਰ ਸਰੀਰ 'ਚ ਦਰਦਾਂ ਹੋਣੀਆਂ, ਇਹ ਸੀਜ਼ਨ ਚੇਂਜ ਹੋਣ ਦੇ ਨਾਲ ਇਹ ਬਦਲਾਅ ਆਉਂਦੇ ਨੇ। ਤਾਂ ਉਸ ਟਾਈਮ 'ਤੇ ਇਨਸਾਨ ਦੌੜਦਾ ਹੈ, ਕੋਈ ਅਲੱਗ-ਅਲੱਗ ਤਰ੍ਹਾਂ ਦੀਆਂ ਕੈਮੀਕਲ ਬੇਸਡ ਟੈਬਲੇਟ ਲੈਂਦਾ ਹੈ ਕਿ ਜਲਦੀ ਮੈਂ ਠੀਕ ਹੋ ਜਾਵਾਂ, ਬਟ ਠੀਕ ਨਹੀਂ ਹੁੰਦਾ। ਤਾਂ ਇਹਨੂੰ ਇੱਕ ਟੌਨਿਕ ਦੇ ਰੂਪ ਦੇ ਵਿੱਚ ਲਾਂਚ ਕੀਤਾ ਹੈਗਾ, ਔਰ ਬੜੀ 100% ਸੇਫ ਹੈ, ਔਰ ਹਰਬਲ ਇਲੈਕਟ੍ਰੋ ਰੈਮਡੀਜ਼ ਦੇ ਤੌਰ 'ਤੇ ਇਹਨੂੰ ਦਿੱਤਾ ਹੈ। ਔਰ ਇਹਦੇ ਅੰਦਰ ਇਹਦੇ ਜਿਹੜੇ ਫਾਊਂਡਰ ਰਹੇ ਨੇ ਕਾਉਂਟਸ ਮੈਟੀ ਜੀ, ਉਹਨਾਂ ਦੇ ਜਿਹੜੇ ਵੀ ਪਲਾਂਟਸ ਗਰੁੱਪ ਨੇ, ਜਿਵੇਂ ਐਫ ਗਰੁੱਪ ਆ ਜਾਂਦਾ, ਏ ਗਰੁੱਪ ਆ ਜਾਂਦਾ, ਔਰ ਯੈਲੋ ਇਲੈਕਟ੍ਰਿਸਿਟੀ 'ਚ ਐਡ ਹੈ। ਯੈਲੋ ਇਲੈਕਟ੍ਰਿਸਿਟੀ ਡਿਟੌਕਸੀਫਿਕੇਸ਼ਨ ਲਈ ਹੁੰਦੀ ਹੈ ਕਿ ਜੋ ਵੀ ਜਦੋਂ ਫੀਵਰ ਆਉਂਦਾ ਉਹਨੂੰ ਯੂਰਿਨ ਰਾਹੀਂ ਬਾਹਰ ਕੱਢਣਾ, ਪਖਾਨੇ ਰਾਹੀਂ ਬਾਹਰ ਕੱਢਣਾ ਔਰ ਪਸੀਨੇ ਦੇ ਬਾਹਰ ਕੱਢਣਾ, ਤਾਂ ਯੈਲੋ ਇਲੈਕਟ੍ਰਿਸਿਟੀ 'ਚ ਯੂਜ਼ ਕੀਤੀ ਗਈ ਹੈ। ਔਰ ਇਹਨੂੰ ਨਰਵਸ ਸਿਸਟਮ ਦੀ ਵੀ ਬਹੁਤ ਅੱਛੀ ਰੈਮਡੀਜ਼ ਕਿਹਾ ਜਾਂਦਾ, ਔਰ ਜਿਨ੍ਹਾਂ ਨੂੰ ਦਿਮਾਗੀ ਸਮੱਸਿਆ, ਫਿਟਨੈਸ ਦੀ ਪ੍ਰੋਬਲਮ ਆ, ਉੱਥੇ ਵੀ ਅਸੀਂ ਇਹਨੂੰ ਯੂਜ਼ ਕਰਵਾਉਂਦੇ ਹਾਂ। ਤਾਂ ਟੌਨਿਕ ਦੇ ਰੂਪ 'ਚ ਸਾਰਿਆਂ ਦੇ ਘਰੇ ਹੋਣਾ ਚਾਹੀਦਾ। ਛੋਟੀ ਜਿਹੀ ਬੋਟਲ ਆ, ਔਰ ਇਹਦੀ ਐਡਵਾਂਟੇਜ ਬਹੁਤ ਆ ਘਰ 'ਚ, ਚਾਹੇ ਛੋਟਾ ਬੱਚਾ ਜਿਹੜਾ ਹੁਣੇ ਪੈਦਾ ਹੋਇਆ ਉਹਦੇ ਤੋਂ ਲੈ ਕੇ ਬਜ਼ੁਰਗਾਂ ਤੱਕ, ਅਗਰ ਮੌਸਮੀ ਬੁਖਾਰ ਹੁੰਦਾ ਹੈ ਤਾਂ ਤੁਸੀਂ ਬੱਚਿਆਂ ਨੂੰ ਇਹਦੀਆਂ 2-2 3-3 ਡ੍ਰੌਪਸ, ਅਗਰ 10 ਸਾਲ ਤੋਂ ਉੱਪਰ ਬੱਚੇ ਆ ਤਾਂ ਫਿਰ 10-10 ਡ੍ਰੌਪਸ, ਔਰ ਅਡਲਟ ਆ ਤਾਂ 20 ਤੋਂ 25 ਡ੍ਰੌਪਸ। ਇਹਨੂੰ ਬੱਚਿਆਂ ਨੂੰ ਡਾਇਰੈਕਟ ਵੀ ਪਿਲਾ ਸਕਦੇ ਆ, ਅਦਰਵਾਈਜ਼ ਚਮਚ ਦੇ ਵਿੱਚ 2-2 3-3 ਡ੍ਰੌਪਸ ਪਾਣੀ ਪਾ ਕੇ ਤਾਂ ਵੀ ਪਿਲਾ ਸਕਦੇ ਆ। ਅਡਲਟ ਨੇ ਤਾਂ ਪਹਿਲਾਂ ਪਾਣੀ 'ਚ ਪਾ ਕੇ ਸ਼ੁਰੂ ਕਰੋ, ਠੀਕ ਹੈ, ਅੱਧੇ ਗਲਾਸ ਪਾਣੀ ਦੇ ਵਿੱਚ 20-25 ਡ੍ਰੌਪਸ ਲਵੋ। ਉਸ ਤੋਂ ਬਾਅਦ ਅਗਰ ਫਿਰ ਵੀ ਕੰਟਰੋਲ ਨਹੀਂ ਹੋ ਰਿਹਾ, ਫਿਰ ਡਾਇਰੈਕਟ ਡ੍ਰੌਪਸ ਜਿਹੜੀਆਂ ਨੇ 20-25 ਡ੍ਰੌਪਸ ਤੁਸੀਂ ਜ਼ੁਬਾਨ 'ਤੇ, ਜਿਹਨੂੰ ਸਟਰੋਂਗ ਡੋਜ਼ ਕਹਿੰਦੇ ਆ, ਉਹ ਲੈਣ ਦੇ ਨਾਲ ਬੜੇ ਅੱਛੇ ਰਿਜ਼ਲਟ ਲੋਕਾਂ ਨੂੰ ਆਏ ਨੇ, ਰਿਲੀਫ ਮਿਲਿਆ। ਔਰ ਜਦੋਂ ਪੱਟੀਆਂ ਕਰਨੀਆਂ ਨੇ ਤਾਂ, ਕਿਉਂਕਿ ਨੈਚੁਰਲ ਰੈਮਡੀਜ਼ ਔਰ ਨੈਚੁਰੋਪੈਥੀ ਦਾ ਹੀ ਪਾਰਟ ਹੈ, ਜਦੋਂ ਅਸੀਂ ਪੱਟੀਆਂ ਕਰਨੀਆਂ ਨੇ, ਠੰਡੀਆਂ ਪਾਣੀ ਦੀਆਂ ਪੱਟੀਆਂ ਕਰਨੀਆਂ ਨੇ, ਜ਼ਿਆਦਾ ਫੀਵਰ 'ਚ ਸਿਰ ਤਪਦਾ, ਕੜਾਹ ਹੈਗਾ, ਤਾਂ ਉਸ ਪਾਣੀ ਦੇ ਵਿੱਚ ਵੀ ਦੀਆਂ 10 ਤੋਂ 15 ਡ੍ਰੌਪਸ ਐਡ ਕਰਨੀਆਂ। ਤਾਂ ਉਸ ਪਾਣੀ ਫਿਰ ਉਹ ਕੱਪੜੇ ਨੂੰ ਭਿਗੋ ਲੈਣਾ, ਉਹਨੂੰ ਮੱਥੇ ਦੇ ਉੱਪਰ ਰੱਖਣਾ, ਠੀਕ ਹੈ। ਔਰ ਸਰੀਰ ਦੇ ਉੱਤੇ ਵੀ ਅਗਰ ਬੱਚਿਆਂ ਨੂੰ ਫੀਵਰ ਇਸ ਤਰ੍ਹਾਂ ਦਾ ਹੋ ਰਿਹਾ ਤਾਂ ਉਹ ਗਿੱਲੀ ਪੱਟੀ ਪੂਰੀ ਬੋਡੀ 'ਤੇ ਮਲ ਵੀ ਦੇਣੀ ਹੈਗੀ ਹੈ। ਔਰ ਪਲੱਸ ਰੀੜ੍ਹ ਦੀ ਹੱਡੀ 'ਤੇ ਦਿਨ 'ਚ 2 ਤੋਂ 3 ਵਾਰੀ 10 ਡ੍ਰੌਪ ਅਪਲਾਈ ਵੀ ਕਰਨੇ ਨੇ। ਫਲੂ ਕੇਅਰ ਹੀ ਉੱਤੇ ਜੀ, ਫਲੂ ਕੇਅਰ ਦੇ ਹੀ, ਤਾਂ ਉਹ ਇੱਕ ਨਰਵਸ ਸਿਸਟਮ ਜਿਹੜਾ ਹੀਟ ਕਰ ਰਿਹਾ ਉਹਨੂੰ ਵੀ ਇਹ ਨਾਰਮਲ ਔਰ ਨਿਊਟਰਲ ਕਰਨ ਦੇ ਵਿੱਚ ਹੈਲਪ ਕਰਦਾ ਹੈ। ਪਲੇਟਲੈਟ ਨੂੰ ਵੀ ਫਰਕ ਪਾਉਂਦਾ ਹੈ? ਬਿਲਕੁਲ, ਕਿਉਂਕਿ ਇਹਨੇ ਲੀਵਰ ਦੀ ਕਾਫੀ ਸਪੋਰਟ ਕਰਨੀ ਹੈ, ਔਰ ਇਹਦੇ 'ਚ ਏ ਗਰੁੱਪ ਹੈ ਜਿਹੜਾ ਕਿ ਹਾਰਟ ਦੀ ਸਪਲਾਈ ਵਾਸਤੇ ਔਰ ਬਲੱਡ ਦੀ ਮੈਨੂਫੈਕਚਰਿੰਗ ਦੇ ਜਿਹੜੇ ਆਰਗਨਸ ਨੇ ਉਹਨਾਂ ਦੀ ਬਹੁਤ ਅੱਛੀ ਹੈਲਪ ਕਰਦਾ। ਔਰ ਸਪਲੀਨ ਦੇ ਵਿੱਚ ਸਪਲੀਨ ਦਾ ਰੋਲ ਜਿਹੜਾ ਹੈਗਾ ਉਹ ਰੈੱਡ ਬਲੱਡ ਸੈੱਲ ਨੂੰ ਬਣਾਉਣਾ ਹੈ, ਔਰ ਉਹਦੇ ਵਿੱਚ ਉਹੀ ਉਹ ਸੈੱਲ ਬਰਨ ਹੁੰਦੇ ਨੇ ਔਰ ਦੁਬਾਰਾ ਫਿਰ ਤਿਆਰ ਹੁੰਦੇ ਨੇ, ਤਾਂ ਉਹਨਾਂ ਨੂੰ ਬੜੀ ਅੱਛੀ ਸਟਰੈਂਥ ਦਿੰਦਾ ਹੈਗਾ। ਕਿੰਨੇ ਜੇ ਪਲੇਟਲੈਟ ਮੰਨ ਲਓ 50,000 ਪਲੇਟਲੈਟ ਜਾਂ 30,000 ਪਲੇਟਲੈਟ ਰਹਿ ਗਏ ਤਾਂ ਇਹ ਕਿੰਨੇ ਦਿਨ ਆਪਾਂ ਯੂਜ਼ ਕਰੇਗਾ, ਕਿਸ ਰੂਪ 'ਚ ਯੂਜ਼ ਕਰੇਗਾ ਤੇ ਉਹਦੇ ਪਲੇਟਲੈਟ ਜਿਹੜੇ ਨੇ ਉਹ ਪੂਰੇ ਹੋ ਜਾਣ? ਹਾਂ, ਅਗਰ ਪਲੇਟਲੈਟਸ ਕਾਫੀ ਜ਼ਿਆਦਾ ਲੋ ਨੇ, ਡਾਊਨ ਆਏ ਹੋਏ ਨੇ, ਫਿਰ ਅਸੀਂ ਫਲੂ ਕੇਅਰ ਦੇ ਨਾਲ ਅਲੱਗ ਤੋਂ ਵੀ ਫਾਰਮੂਲੇਸ਼ਨ ਦਿੰਦੇ ਹਾਂ। ਵੈਸੇ ਇਹਦਾ ਲੋ ਪਲੇਟਲੈਟਸ ਦੇ ਉੱਪਰ ਅਸੀਂ ਇੱਕ ਪੈਕ ਬਣਾਇਆ ਹੋਇਆ ਜਿਹਦੇ 'ਚ ਫਲੂ ਕੇਅਰ, ਗਿਲੋਈ ਰਸ ਔਰ ਤੁਲਸੀ, ਇਹ 3 ਚੀਜ਼ਾਂ ਅਸੀਂ ਦਿੰਦੇ ਹਾਂ। ਔਰ ਬਹੁਤ ਸਾਰੇ ਜਿਹੜੇ ਸਾਡੇ ਵੈਲ ਵਰਕਰਸ ਨੇ ਉਹ ਜਦੋਂ ਇਸ ਸਪਲੀਮੈਂਟਸ ਦੇ ਤੌਰ 'ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਦਿੰਦੇ ਨੇ ਤਾਂ ਉਹ ਬੜੇ ਅੱਛੇ ਰਿਜ਼ਲਟ ਔਰ ਰਿਲੀਫ ਮਿਲਦਾ। ਬਹੁਤ ਸਾਰੇ ਪੇਸ਼ੈਂਟ ਸਾਡੇ ਕੋਲ ਇਸ ਤਰ੍ਹਾਂ ਦੇ ਵੀ ਹੈ ਜਿਨ੍ਹਾਂ ਨੇ ਆ ਕੇ ਦੱਸਿਆ ਕਿ ਮੈਂ ਐਡਮਿਟ ਸੀ ਲੇਕਿਨ ਪਲੇਟਲੈਟਸ ਉੱਪਰ ਨਹੀਂ ਆ ਰਹੇ ਸੀ, ਕਾਫੀ ਦਿਨਾਂ ਤੋਂ ਐਡਮਿਟ ਸੀ, ਰੈਗੂਲਰ 10-15 ਹਜ਼ਾਰ ਖਰਚਾ ਸਾਡਾ ਹੋ ਰਿਹਾ ਸੀ, ਔਰ ਮੈਨੂੰ ਇਹਦੇ ਬਾਰੇ ਪਤਾ ਲੱਗਾ ਔਰ ਸਾਡੀ ਫੈਮਿਲੀ ਨੇ ਇਹ ਲੈ ਕੇ ਗਏ ਔਰ ਮੈਨੂੰ ਹਸਪੀਟਲ 'ਚ ਨਾਲ ਯੂਜ਼ ਕਰਵਾਇਆ, ਔਰ ਮੈਂ ਵਿਦਿਨ 7 ਡੇਜ਼ ਉੱਥੋਂ ਛੁੱਟੀ ਲੈ ਕੇ ਆ ਗਿਆ। ਇਸ ਤਰ੍ਹਾਂ ਦੇ ਵੀ ਰਿਜ਼ਲਟ ਸਾਨੂੰ ਮਿਲੇ ਨੇ, ਜਿੱਥੇ ਉਹਨਾਂ ਨੂੰ 15-15 ਦਿਨ ਹੋ ਗਏ ਸੀ ਕਿ ਪਲੇਟਲੈਟਸ ਵੱਧ ਨਹੀਂ ਮਿਲ ਰਹੇ ਸੀ। ਸੋ ਉਹੀ ਗੱਲ ਆਪਾਂ ਕਈ ਵੀਡੀਓ 'ਚ ਬੋਲਿਆ ਵੀ ਹੈ ਕਿ ਬਾਡੀ ਨੇਚਰ ਨੇ ਬਣਾਈ ਹੈ ਔਰ ਨੈਚੁਰਲੀ ਸਿਧਾਂਤ 'ਚ ਬਣਾਈ ਹੈ, ਇਹਨੂੰ ਨੇਚਰ ਦੀ ਚੀਜ਼ ਸਮਝ ਆਉਂਦੀ ਹੈ। ਤਾਂ ਇਹੀ ਰੀਜ਼ਨ ਹੁੰਦਾ ਹੈ ਕਿ ਜਿੱਥੇ
ਸਾਡੀ ਦੁਨਿਆਵੀ ਸਾਇੰਸ ਨੂੰ ਕੁਝ ਸਮਝ ਨਹੀਂ ਆਉਂਦਾ, ਉੱਥੇ ਫਿਰ ਕੁਦਰਤੀ ਸਾਇੰਸ ਆਪਣਾ ਜਲਵਾ ਦਿਖਾਉਂਦੀ ਹੈ। ਇਹ ਡੇਂਗੂ, ਟਾਈਫਾਈਡ ਤੇ ਹੋਰ ਤਰ੍ਹਾਂ ਦੇ ਬੁਖਾਰਾਂ 'ਚ ਤਾਂ ਫਿਰ ਇਹ ਬੜੀ ਕੰਮ ਦੀ ਚੀਜ਼ ਹੋਈ ਜੀ। ਬਹੁਤ ਬਹੁਤ ਸ਼ਾਨਦਾਰ ਅੱਛੇ ਰਿਜ਼ਲਟ ਨੇ। ਤਾਂ ਹੀ ਮੈਂ ਕਹਿ ਰਿਹਾ ਕਿ ਸਾਡੇ ਸਾਰਿਆਂ ਦੇ ਘਰਾਂ 'ਚ ਹੋਣੀ ਚਾਹੀਦੀ। ਅੱਜ ਬਹੁਤ ਸਾਰੀਆਂ ਕੈਮੀਕਲਸ ਦੀਆਂ ਮੈਡੀਸਨ ਸਾਡੇ ਘਰਾਂ 'ਚ ਅਸੀਂ ਐਡਵਾਂਸ ਹੀ ਪੱਤੇ ਲੈ ਕੇ ਰੱਖੇ ਹੋਏ ਆ, ਸਟ੍ਰਿਪ ਵਗੈਰਾ ਰੱਖੀਆਂ ਹੋਈਆਂ ਨੇ। ਐਡਵਾਂਸ ਹੀ ਬੰਦਾ ਘਰੋਂ ਬਾਹਰ ਨਿਕਲਦਾ ਹੈ ਤਾਂ ਗੱਡੀ 'ਚ ਪਏ ਹੋਏ ਨੇ, ਕਿਤੇ ਘੁੰਮਣ ਫਿਰਨ ਜਾਂਦਾ ਤਾਂ ਬੈਗ 'ਚ ਰੱਖੇ ਹੋਏ ਨੇ, ਕਈਆਂ ਨੇ ਤਾਂ ਪਾਕਟ 'ਚ 1-2 ਟੈਬਲੇਟ ਰੱਖੀਆਂ ਹੁੰਦੀਆਂ ਨੇ। ਤਾਂ ਅਗਰ ਉਹ ਚੀਜ਼ਾਂ ਕੈਮੀਕਲ ਰੱਖੇ ਜਾ ਸਕਦੇ ਤਾਂ ਨੇਚਰ ਨੇ ਬਣਾਈ ਹੋਈ ਰੈਮਡੀਜ਼ ਨੇ, ਇਹ ਕਿਉਂ ਨਹੀਂ ਰੱਖੇ ਜਾ ਸਕਦੇ? ਨੇਰੇ ਸਵੇਰੇ ਅਗਰ ਕੋਈ ਸਮੱਸਿਆ ਆਉਂਦੀ, ਘਰੇ ਹੈਗੀਆਂ ਨੇ, ਘਰ ਦਾ ਡਾਕਟਰ ਹੈ, ਯੂਜ਼ ਕਰੋ ਤੇ ਮੈਨੇਜ ਕਰੋ। ਅੱਧੀ ਰਾਤ ਕੇ ਡਾਕਟਰ ਦਾ ਦਰਵਾਜ਼ਾ ਖੜਕਾਉਣ ਦੀ ਜ਼ਰੂਰਤ ਨਹੀਂ ਹੈ। ਤੇ ਕਿਹੜੇ ਪੇਸ਼ੈਂਟ ਇਹਨੂੰ ਨਹੀਂ ਲੈ ਸਕਦੇ, ਕਿਹੜੇ ਲੋਕ ਜਿਹੜੇ ਇਹਨੂੰ ਨਹੀਂ ਲੈ ਸਕਦੇ, ਤੇ ਜਦੋਂ ਲੈਣਾ ਹੈ ਤੇ ਉਹਦੇ ਵਿੱਚ ਕੁਝ ਪ੍ਰੀਕਾਸ਼ਨਸ ਵੀ ਲੈਣੇ? ਇਹ ਸਾਰੇ ਪੇਸ਼ੈਂਟ ਹੀ ਲੈ ਸਕਦੇ ਨੇ, ਇਹਦੇ 'ਚ ਇਨੀ ਕੋਈ ਪਰਟੀਕੂਲਰ ਕੈਟਾਗਰੀ ਨਹੀਂ ਹੈ। ਪ੍ਰੀਕਾਸ਼ਨਸ ਇਹੀ ਨੇ ਕਿ ਜਦੋਂ ਫੀਵਰ ਆਵੇ ਉਦੋਂ ਅਨਾਜ ਨੂੰ ਬੰਦ ਕਰ ਦਿਓ, ਠੀਕ ਆ, ਔਰ ਲਿਕੁਇਡ ਨੂੰ ਸ਼ੁਰੂ ਕਰ ਦਿਓ। ਦਲੀਆ, ਦਾਲਾਂ ਔਰ ਮਿਲਟਸ ਦਾ ਦਲੀਆ ਬਣਾ ਕੇ ਤੁਸੀਂ ਯੂਜ਼ ਕਰਨਾ ਹੈ। ਹਾਰਡ ਫੂਡ ਆਪਾਂ ਉਦੋਂ ਨਹੀਂ ਲੈਣਾ ਹੁੰਦਾ, ਦੁੱਧ ਦੀਆਂ ਚੀਜ਼ਾਂ ਉਦੋਂ ਬੰਦ ਕਰਨੀਆਂ ਹੁੰਦੀਆਂ। ਚਾਵਲ ਤੇ ਵਾਈ ਫੂਡ ਆਪਾਂ ਬਿਲਕੁਲ ਬੰਦ ਕਰਨੇ ਹੁੰਦੇ ਆ। ਔਰ ਪਾਣੀ ਦੀ ਮਾਤਰਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਜ਼ਿਆਦਾ ਫੀਵਰ 'ਚ ਮੂੰਹ ਸੁੱਕਦਾ ਔਰ ਸਾਡੇ ਅੰਦਰ ਘਬਰਾਹਟ ਦਾ ਹੋਣਾ, ਕਈ ਵਾਰੀ ਲੂਜ਼ ਮੋਸ਼ਨ ਵੀ ਹੁੰਦੇ ਨੇ, ਕੋਈ ਇਨਫੈਕਸ਼ਨ ਦੀ ਵਜ੍ਹਾ ਨਾਲ ਅਗਰ ਫੀਵਰ ਹੋਇਆ ਹੋਵੇ ਪੇਟ ਦੇ ਵਿੱਚ, ਤਾਂ ਉਸ ਟਾਈਮ ਦੇ ਨਾਲ ਪਿੰਕ ਰੌਕ ਸਾਲਟ ਦਾ ਘੋਲ ਬਣਾ ਕੇ ORS ਦੀ ਤਰ੍ਹਾਂ ਉਹ 2 ਚਮਚ 1 ਘੰਟੇ ਬਾਅਦ ਲੈਣਾ ਹੁੰਦਾ। ਔਰ ਵਾਈ ਚੀਜ਼ਾਂ, ਚਾਵਲ ਔਰ ਦੁੱਧ ਦੀਆਂ ਚੀਜ਼ਾਂ ਨੂੰ ਆਪਾਂ ਅਵੋਇਡ ਕਰਾਂਗੇ। ਕਿ ਫਿਰ ਇਹ ਹਫਤੇ ਦੇ ਵਿੱਚ ਬੋਡੀ ਜਿਹੜੀ ਰਿਵਾਈਵ ਕਰ ਜਾਂਦੀ? ਜੀ ਹਫਤੇ 'ਚ ਵੀ ਅਗਰ ਅਕਿਊਟ ਫੀਵਰ ਹੈਗਾ ਤਾਂ ਵਿਦਿਨ 3 ਡੇਜ਼ ਵੀ ਅੱਛੀ ਰਿਕਵਰੀ ਆ ਜਾਂਦੀ ਹੈ ਇਹਦੇ ਨਾਲ ਜੀ। ਤੇ ਕੁੱਲ ਮਿਲਾ ਕੇ ਆਪਾਂ ਇਹ ਕਿਹਾ ਜਾ ਸਕਦਾ ਕਿ ਇਹ ਪ੍ਰੋਡਕਟ ਹਰ ਘਰ ਦੇ ਵਿੱਚ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ, ਲਿਆ ਕੇ ਐਡਵਾਂਸ 'ਚ ਵੀ ਰੱਖ ਸਕਦੇ। ਜਦੋਂ ਕਿਤੇ ਵੀ ਫੀਵਰ ਹੋਵੇ ਤਾਂ ਹੋਰ ਰੈਮਡੀਜ਼ ਕਰਨ ਦੀ ਬਜਾਏ ਪਹਿਲਾਂ ਇਹ ਰੈਮਡੀਜ਼ ਜਿਹੜੀਆਂ ਅਪਣਾ ਲੈਣੀਆਂ ਚਾਹੀਦੀਆਂ। ਬਿਲਕੁਲ ਜੀ, ਬਿਲਕੁਲ। ਔਰ ਹੁਣ ਜਿਵੇਂ ਹੁਣ ਮੌਸਮ ਚੇਂਜ ਹੋਣਾ, ਸਰਦੀ ਆ ਰਹੀ ਹੈ, ਤਾਂ ਇਸ ਮੌਸਮ ਦੇ ਵਿੱਚ ਬਹੁਤ ਸਾਰੀ ਬਾਡੀ ਨੇ ਰਿਐਕਟ ਕਰ ਜਾਣਾ, ਖਾਸ ਕਰ ਬੱਚਿਆਂ ਦੀ ਨੇ। ਤੇ ਉਸ ਟਾਈਮ ਤੇ ਫੈਮਿਲੀ ਨੂੰ ਕਾਫੀ ਤਰ੍ਹਾਂ ਦੀਆਂ ਚੈਲੰਜਸ, ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਔਰ ਕਈਆਂ ਫੈਮਿਲੀ ਦੀਆਂ ਤਿਆਰੀਆਂ ਵੀ ਹੋ ਗਈਆਂ ਹੋਣਗੀਆਂ ਵੀ ਹੁਣ ਮੌਸਮ ਬਦਲਣ ਵਾਲਾ, ਪਿਛਲੀ ਵਾਰ ਵੀ ਬੁਖਾਰ ਹੋਇਆ ਸੀ, ਪਿਛਲੀ ਵਾਰੀ ਵਿਆਹ ਹੋਈ, ਐਤਕੀ ਵੀ ਹੋਏਗਾ। ਤਾਂ ਮੈਂ ਚਾਹੂੰਗਾ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਘਰ ਦੇ ਵਿੱਚ ਰੱਖੀਏ ਤਾਂ ਜੋ ਸਾਡਾ ਸਮਾਂ, ਪੈਸਾ ਔਰ ਸਾਡਾ ਸਰੀਰ ਬਚ ਸਕੇ। ਬਹੁਤ ਧੰਨਵਾਦ ਡਾਕਟਰ ਸਾਹਿਬ, ਤੁਸੀਂ ਇੱਕ ਇੰਨੇ ਵੱਡਮੁੱਲੇ ਪ੍ਰੋਡਕਟ ਦੇ ਸੰਬੰਧੀ ਤੇ ਇੱਕ ਸਰੀਰ ਦੇ ਇੱਕ ਇੰਨੇ ਵੱਡਮੁੱਲੇ ਅੰਗ ਦੇ ਸੰਬੰਧੀ, ਲੀਵਰ ਦੇ ਸੰਬੰਧੀ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ, ਨਿਊਜ਼ ਏਸ਼ੀਆ ਪੰਜਾਬੀ ਔਰ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਵਰਿੰਦਰ ਸਿੰਘ ਭੁੱਲਰ, ਜਿਨ੍ਹਾਂ ਨੇ ਸਾਨੂੰ ਜਿਗਰ ਯਾਨੀ ਕਿ ਲੀਵਰ ਦੇ ਸੰਬੰਧ ਵਿੱਚ ਵਿਸਥਾਰ ਦੇ ਨਾਲ ਜਾਣਕਾਰੀ ਦਿੱਤੀ ਹੈ ਕਿ ਲੀਵਰ ਦਾ ਬਾਡੀ ਦੇ ਵਿੱਚ ਕਿਸ ਤਰ੍ਹਾਂ ਕੀ ਕੰਮ ਹੈ, ਕਿੱਦਾਂ ਕੰਮ ਕਰਦਾ ਹੈ, ਲੀਵਰ ਦੇ ਵਿੱਚ ਕਿਸ ਰੂਪ ਦੇ ਵਿੱਚ ਕਿੱਦਾਂ ਖਰਾਬੀਆਂ ਆ ਜਾਂਦੀਆਂ ਨੇ, ਕਿਹੜੇ ਤਰੀਕੇ ਨਾਲ ਅਸੀਂ ਲੀਵਰ ਨੂੰ ਬਚਾ ਸਕਦੇ ਹਾਂ। ਲੀਵਰ ਦੇ ਵਿੱਚ ਜਦੋਂ ਖਰਾਬੀਆਂ ਆਉਂਦੀਆਂ ਤਾਂ ਉਦੋਂ ਬੁਖਾਰ ਜਿਹੜਾ ਉਹ ਕੀ ਰੋਲ ਅਦਾ ਕਰਦਾ। ਜਦੋਂ ਬੁਖਾਰ ਆਉਂਦਾ ਤਾਂ ਉਦੋਂ ਲੀਵਰ ਆਪਣਾ ਉਸ ਕਿਸ ਤਰੀਕੇ ਦੇ ਨਾਲ ਉਸ ਬੁਖਾਰ ਨੂੰ ਜਾਂ ਉਸ ਵਾਇਰਸ ਦੇ ਨਾਲ ਜਿਹੜਾ ਬਾਡੀ ਦੇ ਵਿੱਚ ਆਇਆ ਹੁੰਦਾ ਉਸ ਨੂੰ ਬਾਹਰ ਕੱਢਣ ਲਈ ਕਿਸ ਤਰੀਕੇ ਨਾਲ ਕੰਮ ਕਰ ਰਿਹਾ ਹੁੰਦਾ, ਕਿਹੜੇ ਰੂਪ ਦੇ ਵਿੱਚ ਅਸੀਂ ਉਸ ਨੂੰ ਕੰਮ ਕਰਨ ਤੋਂ ਰੋਕਦੇ ਹਾਂ ਤੇ ਉਹ ਲੀਵਰ ਜਿਹੜਾ ਹੋਰ ਖਰਾਬੀ ਦੇ ਵਿੱਚ ਆ ਜਾਂਦਾ ਹੈਗਾ। ਤੇ ਜਦੋਂ ਇਹ ਸਾਰਾ ਬਾਡੀ ਦੇ ਅੰਦਰ ਵਾਇਰਸ ਆ ਗਿਆ ਤੇ ਲੀਵਰ ਆਪਣਾ ਕੰਮ ਕਰ ਰਿਹਾ ਤੇ ਪਲੇਟਲੈਟ ਘਟ ਜਾਂਦੇ ਨੇ, ਤੇ ਉਦੋਂ ਫਿਰ ਫਲੂ ਕੇਅਰ, ਗਲੋਏ ਤੇ ਤੁਲਸੀ ਦਾ ਇੱਕ ਪੈਕ ਜਿਹੜਾ ਉਹ ਵੱਡੇ ਲੈਵਲ ਦੇ ਉੱਤੇ ਜਿਹੜਾ ਜੇਕਰ ਇਸ ਨੂੰ ਸਹੀ ਢੰਗ ਦੇ ਨਾਲ ਡਾਕਟਰ ਸਾਹਿਬ ਦੇ ਦੱਸੇ ਦੇ ਅਨੁਸਾਰ ਵਰਤੋਂ 'ਚ ਲਿਆਂਦਾ ਜਾਵੇ ਤੇ ਇਹ ਕਹਿੰਦੇ ਨੇ ਵੀ ਜੇਕਰ ਘੱਟ ਹੈਗਾ, ਅਕਿਊਟ ਹੈਗਾ, ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਹੀ ਬੁਖਾਰ ਜਾਂ ਵਾਇਰਸ ਹੈਗਾ, ਬਹੁਤਾ ਜ਼ਿਆਦਾ ਅਟੈਕ ਨਹੀਂ ਹੋਇਆ, ਤਾਂ ਉਹ 3 ਦਿਨ ਦੇ ਵਿੱਚ ਹੀ ਰਿਕਵਰ ਹੋ ਜਾਂਦਾ। ਤੇ ਜੇਕਰ ਜ਼ਿਆਦਾ ਗੰਭੀਰ ਸਮੱਸਿਆ ਪੈਦਾ ਹੋਈ ਹੈ ਤਾਂ ਉਹ ਹਫਤੇ ਦੇ ਵਿੱਚ ਰਿਕਵਰ ਹੋ ਜਾਂਦਾ ਹੈ, ਬਸ਼ਰਤੇ ਕਿ ਡਾਕਟਰ ਸਾਹਿਬ ਦੇ ਦੱਸੇ ਅਨੁਸਾਰ ਜਿਹੜੇ ਉਹਨਾਂ ਨੇ ਪਰਹੇਜ਼ ਦੱਸੇ ਨੇ, ਹਾਰਡ ਜਿਹੜਾ ਖਾਣਾ ਉਹ ਨਹੀਂ ਖਾਣਾ, ਲਿਕੁਇਡ ਖਾਣੇ ਦੇ ਉੱਤੇ ਅਗਰ ਰਹਿੰਦੇ ਨੇ ਤਾਂ ਫਿਰ ਉਹ ਹਫਤੇ ਦੇ ਵਿੱਚ ਰਿਕਵਰ ਹੋ ਜਾਂਦਾ। ਤੇ ਉਸ ਤੋਂ ਬਾਅਦ ਇਸ ਨੂੰ ਅਗਰ ਬਾਡੀ ਦੇ ਵਿੱਚ ਕਿਸੇ ਤਰੀਕੇ ਦੀ ਵੀ ਖਰਾਬੀ ਹੋਰ ਆਉਂਦੀ ਹੈ ਤਾਂ ਕੁਝ ਸਮਾਂ ਇਸ ਨੂੰ ਲੈ ਕੇ ਤੇ ਇਹ ਸਰੀਰ ਨੂੰ ਰਿਵਾਈਵ ਕੀਤਾ ਜਾ ਸਕਦਾ। ਸੋ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ, ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ ਜ਼ਰੂਰ ਦੇਣਾ। ਜੇਕਰ ਵੀਡੀਓ ਵਧੀਆ ਲੱਗੀ ਹੈ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਤੇ ਇਸ ਦੇ ਉੱਤੇ ਕਮੈਂਟ ਕਰਕੇ ਸਾਨੂੰ ਜਾਣਕਾਰੀ ਜ਼ਰੂਰ ਦੇ ਦੇਣੀ ਹੈ ਕਿ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਹਰ ਘਰ ਤੱਕ ਇਸ ਨੂੰ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ, ਕਿਉਂਕਿ ਅੱਗੇ ਮੌਸਮ ਬਦਲਣ ਵਾਲਾ ਹੈ ਤੇ ਇਸ ਤਰ੍ਹਾਂ ਦੀ ਪ੍ਰੋਬਲਮ ਹੁਣ ਘਰ 'ਚ ਆਉਣ ਵਾਲੀਆਂ। ਤਾਂ ਜੇਕਰ ਇਸ ਤਰ੍ਹਾਂ ਦੇ ਪ੍ਰੋਡਕਟ ਐਡਵਾਂਸ ਦੇ ਵਿੱਚ ਹੋਣਗੇ ਤਾਂ
ਉਹ ਸਮੱਸਿਆ ਆਉਣ ਤੋਂ ਬਾਅਦ ਸਾਨੂੰ ਨਾ ਤਾਂ ਅਸੀਂ ਘਬਰਾਵਾਂਗੇ ਤੇ ਨਾ ਹੀ ਅਸੀਂ ਡਾਕਟਰਾਂ ਵੱਲ ਭੱਜਾਂਗੇ। ਘਰ ਦੇ ਵਿੱਚ ਬੈਠ ਕੇ ਇਸ ਇਲਾਜ ਜਿਹੜੇ ਮਰਜ਼ ਦਾ ਅਸੀਂ ਖੁਦ ਇਲਾਜ ਕਰ ਸਕਦੇ ਹਾਂ। ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਮੁੱਦੇ, ਇੱਕ ਨਵੇਂ ਮਹਿਮਾਨ ਦੇ ਨਾਲ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।